ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਮੇਰੇ ਵੱਲੋਂ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਆਓ ਸਭ ਤੋਂ ਪਹਿਲਾਂ ਸੰਖੇਪ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂ। ਕੈਨੇਡਾ ਦੇ ਵਿੱਚ ਮਾਪਿਆਂ ਨੂੰ ਬੁਲਾਉਣਾ ਹੈ, ਦਾਦਾ ਦਾਦੀ ਨੂੰ ਬੁਲਾਉਣਾ ਹੈ। ਕੈਨੇਡਾ ਸਰਕਾਰ ਦਾ ਨਵਾਂ ਐਲਾਨ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ। ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਨੂੰ ਜੁਰਮਾਨਾ ਵੀ ਹੋ ਗਿਆ ਸੀ ਤੇ ਨਾਲ ਹੁਣ ਕੈਦ ਹੋ ਗਈ ਹੈ। ਕਿਉਂ ਹੋਈ, ਖਬਰ ਸਾਂਝੀ ਕਰਾਂਗੇ। ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਅਵਾਰਾ ਕੁੱਤਿਆਂ ਨੇ ਕਹਿਰ ਵਰਤਾਇਆ ਹੈ। ਬੜੀ ਮੰਦਭਾਗੀ ਖਬਰ ਹੈ, ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਉਧਰ ਕੱਲ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ਕਿਸਾਨ ਜਥੇਬੰਦੀਆਂ ਕੀ ਆਖ ਰਹੀਆਂ ਨੇ, ਖਬਰ ਕਰਾਂਗੇ ਸਾਂਝੀ। ਇਹਦੇ ਨਾਲ ਹੀ ਅਗਲੀ ਖਬਰ, ਕੇਂਦਰ ਸਰਕਾਰ ਨੇ ਭਾਰਤ ਦੇ ਕਿਸਾਨਾਂ ਨੂੰ ਸੱਦਾ ਦੇ ਦਿੱਤਾ ਕਿ ਆਓ ਸਾਡੇ ਨਾਲ ਗੱਲਬਾਤ ਕਰੋ। ਇਹਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਨਾਲ ਤੁਹਾਨੂੰ ਪਤਾ ਹੈ, ਇਹ ਕਿਸਾਨ ਵਿਰੋਧੀ ਕਾਨੂੰਨ ਜਿਨ੍ਹਾਂ ਦੇ ਖਿਲਾਫ ਬਹੁਤ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਧਰਨਿਆਂ ਤੇ ਬੈਠੀਆਂ ਨੇ, ਇਸ ਦੇ ਵਿਰੋਧ ਵਿੱਚ ਹੁਣ ਭਾਜਪਾ ਦੇ ਅਹੁਦੇਦਾਰ ਵੀ ਅਸਤੀਫੇ ਦੇਣ ਲੱਗ ਪਏ ਹੈ। ਇਹ ਖਬਰ ਵੀ ਸਾਂਝੀ ਕਰਾਂਗੇ। ਅਗਲੀ ਖਬਰ, ਹਾਥਰਸ ਦੇ ਵਿੱਚ ਮਾਮਲਾ, ਉਹਦੇ ਤੇ ਅਦਾਲਤ ਨੂੰ ਯੋਗੀ ਸਰਕਾਰ ਨੇ ਜਵਾਬ ਦਿੱਤਾ ਹੈ। ਉਹ ਜਵਾਬ ਦੇ ਵਿੱਚ ਕੀ ਲਿਖਿਆ ਹੈ, ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਦੇ ਤੋਂ ਪਹਿਲਾਂ ਇਹ ਸਾਰੀਆਂ ਖਬਰਾਂ ਇੱਕ ਇੱਕ ਕਰਕੇ ਵਿਸਥਾਰ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂ, ਉਹਦੇ ਉੱਤੇ ਟਿੱਪਣੀਆਂ ਕਰੀਏ, ਵਿਚਾਰ ਚਰਚਾ ਕਰੀਏ। ਉਹਦੇ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਸਾਰਾ ਵੀਡੀਓ ਦੇਖਿਓ, ਖਬਰਾਂ ਜਾਣਕਾਰੀਆਂ ਦੇਖਿਓ। ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਫਿਰ ਤੁਸੀਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਸਭ ਤੋਂ ਪਹਿਲੀ ਅਤੇ ਅਹਿਮ ਖਬਰ, ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਮਾਂ-ਬਾਪ ਨੂੰ, ਆਪਣੇ ਦਾਦਾ ਦਾਦੀ ਨੂੰ ਬੁਲਾਉਣਾ ਚਾਹੁੰਦੇ ਆ, ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਸੱਦਣਾ ਚਾਹੁੰਦੇ ਆ। ਪਰ ਕੈਨੇਡਾ ਸਰਕਾਰ ਨੇ ਇਸ ਸਾਲ ਦੇ ਵਿੱਚ ਇਸ ਪ੍ਰੋਗਰਾਮ ਨੂੰ ਪੌਜ਼ ਕੀਤਾ ਹੋਇਆ ਸੀ, ਰੋਕਿਆ ਹੋਇਆ ਸੀ। ਪਹਿਲਾਂ ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਹੈ ਕਿ ਲੋਟਰੀ ਸਿਸਟਮ ਦੇ ਰਾਹੀਂ ਜਦੋਂ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਤੇ ਕੁਝ ਮਿੰਟਾਂ ਦੇ ਵਿੱਚ ਸਾਰੀਆਂ ਐਪਲੀਕੇਸ਼ਨ 'ਚ ਭਰ ਦਿੱਤੀਆਂ ਗਈਆਂ ਸੀ। ਤੇ ਹੁਣ ਇੱਕ ਵਾਰੀ ਫੇਰ ਇਹ ਆਖਿਆ ਗਿਆ ਸੀ ਕਿ ਸ਼ਾਇਦ ਉਹ ਲੋਟਰੀ ਸਿਸਟਮ ਦੇ ਵਿੱਚ ਕਮੀਆਂ ਸਨ, ਕਮਜ਼ੋਰੀਆਂ ਸਨ, ਕੁਝ ਨਵਾਂ ਸਿਸਟਮ ਲਾਗੂ ਕੀਤਾ ਜਾਏਗਾ। ਹਾਲੇ ਇਹ ਗੱਲਾਂ ਬਾਤਾਂ ਚੱਲੀ ਰਹੀਆਂ ਸੀ ਕਿ ਉਧਰੋਂ ਪੈਂਡੈਮਿਕ, ਇਸ ਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਘੇਰ ਲਿਆ। ਪਰ ਹੁਣ ਜਿਹੜੇ ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਨੇ, ਮਾਰਕੋ ਮੈਂਡੋਚੀਨੋ, ਉਹਨਾਂ ਨੇ ਪੇਰੈਂਟ ਐਂਡ ਗ੍ਰੈਂਡ ਪੇਰੈਂਟ ਪ੍ਰੋਗਰਾਮਾਂ ਦੀ ਰੀਲਾਂਚ ਦਾ ਐਲਾਨ ਕਰ ਦਿੱਤਾ ਹੈ। ਅਤੇ ਇਹ ਐਲਾਨ ਤਾਂ ਕਰ ਦਿੱਤਾ ਹੈ, ਪਰ ਇਹ ਐਪਲੀਕੇਸ਼ਨ ਕਦੋਂ ਤੋਂ ਲਈਆਂ ਜਾਣੀਆਂ ਨੇ ਉਹ ਤਰੀਕ ਨੋਟ ਕਰ ਲਵੋ। ਹੋ ਸਕਦਾ ਹੈ ਤੁਸੀਂ ਲੰਬੇ ਅਰਸੇ ਤੋਂ, ਲੰਬੇ ਸਮੇਂ ਤੋਂ ਇਸ ਉਡੀਕ ਵਿੱਚ ਸੀ ਕਿ ਕਦੋਂ ਕੈਨੇਡਾ ਸਰਕਾਰ ਦਾ ਇਹ ਪ੍ਰੋਗਰਾਮ ਰੀਲਾਂਚ ਹੋਵੇ ਤੇ ਤੁਸੀਂ ਐਪਲੀਕੇਸ਼ਨ ਦਾਇਰ ਕਰ ਸਕੋ। ਬਹੁਤੀ ਰਾਏ ਤੁਸੀਂ ਮਾਹਿਰਾਂ ਦੇ ਕੋਲੋਂ ਪ੍ਰਾਪਤ ਕਰ ਸਕਦੇ ਹੋ। ਪਰ 13 ਅਕਤੂਬਰ ਤੋਂ ਆਉਣ ਵਾਲੀ 13 ਅਕਤੂਬਰ ਨੂੰ, 13 ਤਰੀਕ ਨੂੰ ਇਹ ਅਰਜ਼ੀਆਂ ਲਈਆਂ ਜਾਣਗੀਆਂ। ਆਮ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਇਹ ਪ੍ਰੋਗਰਾਮ ਜਨਵਰੀ ਮਹੀਨੇ ਖੁੱਲ੍ਹਿਆ ਕਰਦਾ ਸੀ। ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਅਧਿਕਾਰੀ ਚਾਹੁੰਦੇ ਸਨ ਕਿ ਇਹਦੇ ਵਿੱਚ ਕੋਈ ਤਬਦੀਲੀ ਕੀਤੀ ਜਾਵੇ, ਫਸਟ ਕਮ ਫਸਟ ਸਰਵ ਦੇ ਹਿਸਾਬ ਨਾਲ ਕੀਤਾ ਜਾਵੇ, ਤਾਂ ਜੋ ਲੋਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਨਜਿੱਠਿਆ ਜਾ ਸਕੇ। ਕਿਉਂਕਿ ਪਿਛਲੇ ਸਾਲ ਲੋਟਰੀ ਸਿਸਟਮ ਨੂੰ ਲੋਕਾਂ ਨੇ, ਬਹੁਤਿਆਂ ਨੇ ਦਿੱਕਤਾਂ ਮਹਿਸੂਸ ਕਰਦਿਆਂ ਹੋਇਆਂ ਸਰਕਾਰ ਨੂੰ ਕਿਹਾ ਸੀ ਕਿ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ। ਪਰ ਤਬਦੀਲੀਆਂ ਕੀਤੀਆਂ ਨਹੀਂ ਗਈਆਂ। ਪਰ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਮਾਪਿਆਂ ਨੂੰ ਆਪਣੇ ਕੋਲ ਕੈਨੇਡਾ ਬੁਲਾਉਣਾ ਚਾਹੁੰਦੇ ਆ। ਹੁਣ ਇਹ ਕਿਸਮਤ ਵਾਲੀ ਖੇਡ ਬਣ ਜਾਣੀ ਹੈ, ਕਿਉਂਕਿ ਇਸ ਸਾਲ ਇਹ ਲਾਂਚ ਕੀਤੇ ਜਾਣ ਵਾਲੇ ਸਿਸਟਮ ਦੇ ਵਿੱਚ ਕੋਵਿਡ-19 ਪੈਂਡੈਮਿਕ ਦੇ ਕਾਰਨ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ। ਅਤੇ ਆਹ ਲੋਟਰੀ ਸਿਸਟਮ ਫਿਰ ਦੁਬਾਰਾ ਉਸੇ ਤਰ੍ਹਾਂ ਦਾ ਸਿਸਟਮ ਜਿਹੜਾ ਪੁਰਾਣਾ ਸੀ ਉਹ, ਤੇ ਸਿਰਫ ਆਹ ਨੋਟ ਕਰਨ ਵਾਲੀ ਗੱਲ ਹੈ ਕਿ ਇਹਦੇ ਵਿੱਚ 10,000 ਅਰਜ਼ੀਆਂ ਲਈਆਂ ਜਾਣੀਆਂ ਨੇ ਪੂਰੀ ਦੁਨੀਆ ਦੇ ਵਿੱਚੋਂ। ਪਰ ਇਮੀਗ੍ਰੇਸ਼ਨ ਮਿਨਿਸਟਰ ਨੇ ਆਖਿਆ ਕਿ ਅਗਲੇ ਸਾਲ ਇਹ ਗਿਣਤੀ ਅਸੀਂ 30,000 ਕਰ ਦਿਆਂਗੇ। ਹੁਣ 10,000 ਅਰਜ਼ੀਆਂ ਪੂਰੀ ਦੁਨੀਆ ਦੇ ਵਿੱਚੋਂ, ਕਹਿਣ ਦਾ ਭਾਵ ਜੇਕਰ ਤੁਸੀਂ ਆਪਣੇ ਮਾਪਿਆਂ ਨੂੰ, ਆਪਣੇ ਦਾਦਾ ਦਾਦੀ ਨੂੰ ਬੁਲਾਉਣਾ ਚਾਹੁੰਦੇ ਹੋ, ਨਾਨਾ ਨਾਨੀ ਨੂੰ ਬੁਲਾਉਣਾ ਚਾਹੁੰਦੇ ਹੋ, ਤਾਂ ਕਿਸੇ ਮਾਹਿਰ ਦੇ ਨਾਲ ਸਲਾਹ ਕਰੋ ਕਿਹੜੇ ਕਿਹੜੇ ਕਾਗਜ਼ ਪੱਤਰ ਤੁਹਾਨੂੰ ਚਾਹੀਦੇ ਨੇ ਤੇ ਕਿਵੇਂ ਤੁਸੀਂ ਤਿਆਰੀ ਕਰਨੀ ਹੈ। ਕਿਉਂਕਿ ਮਿੰਟਾਂ ਸੈਕਿੰਡਾਂ ਦੇ ਵਿੱਚ ਇਹ ਐਪਲੀਕੇਸ਼ਨ ਮੈਨੂੰ ਉਮੀਦ ਹੈ ਕਿ ਭਰ ਸਕਦੀਆਂ ਨੇ।
ਆਉਣ ਵਾਲੇ ਦਿਨਾਂ ਵਿੱਚ ਕੋਸ਼ਿਸ਼ ਵੀ ਕਰਾਂਗੇ ਕਿਸੇ ਮਾਹਿਰ ਦੇ ਨਾਲ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਜਾ ਸਕੇ, ਕਿਉਂਕਿ ਕੈਨੇਡਾ ਮਨੁੱਖੀ ਹੱਕਾਂ ਦਾ ਝੰਡਾ ਬਰਦਾਰ ਮੁਲਕ ਕਹਿੰਦਾ ਹੈ। ਇਸ ਗੱਲ ਨੂੰ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਫੈਮਿਲੀ ਰੀਯੂਨੀਫਿਕੇਸ਼ਨ ਕੀ ਹੁੰਦੀ ਹੈ, ਪਰਿਵਾਰ ਇੱਕ ਦੂਸਰੇ ਤੋਂ ਵੱਖਰੇ ਨਾ ਰਹਿਣ। ਇਸੇ ਕਰਕੇ ਬਹੁਤ ਸਾਰੇ ਮੁਲਕਾਂ ਦੀ ਤੁਲਨਾ ਦੇ ਵਿੱਚ ਕੈਨੇਡਾ ਦੇ ਵਿੱਚ ਪਰਿਵਾਰਾਂ ਨੂੰ ਇਕੱਠੇ ਕਰਨ ਦੇ ਵਾਸਤੇ ਸਰਕਾਰ ਵੱਲੋਂ ਤਰਜੀਹ ਦਿੱਤੀ ਜਾਂਦੀ ਹੈ। ਸੋ ਆਹ 13 ਅਕਤੂਬਰ ਮਾਪਿਆਂ ਨੂੰ ਅਤੇ ਦਾਦਾ ਦਾਦੀ ਨੂੰ, ਨਾਨਾ ਨਾਨੀ ਨੂੰ ਬੁਲਾਉਣ ਦੇ ਵਾਸਤੇ ਸਰਕਾਰ ਦੇ ਨਵੇਂ ਪ੍ਰੋਗਰਾਮ ਦਾ ਐਲਾਨ ਹੋ ਚੁੱਕਿਆ। ਜੇਕਰ ਤੁਸੀਂ ਬੁਲਾਉਣਾ ਚਾਹੁੰਦੇ ਹੋ ਤਾਂ ਗੌਰ ਫਰਮਾਇਓ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਪਾਂ ਭਾਰਤ ਵਿੱਚ ਵੀ ਦੇਖਦੇ ਹਾਂ ਤੇ ਕਈ ਹੋਰਨਾਂ ਮੁਲਕਾਂ ਵਿੱਚ ਵੀ ਦੇਖਦੇ ਹਾਂ ਜਿੱਥੋਂ ਜਿਹੜੇ ਲੋਕ ਲੀਡਰ ਬਣਦੇ ਆ ਭ੍ਰਿਸ਼ਟਾਚਾਰ ਦਾ ਸਿਰਾ ਕਰਾ ਦਿੰਦੇ ਆ। ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ, ਉਹਨਾਂ ਨੂੰ ਮਨੀ ਲਾਂਡਰਿੰਗ ਅਤੇ ਗਬਨ ਦੇ ਮਾਮਲੇ ਦੇ ਵਿੱਚ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਅਦੀਬ ਨੇ ਅਦਾਲਤ ਦੇ ਵਿੱਚ ਸਵੀਕਾਰਿਆ ਹੈ ਕਿ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਦੇ ਆਦੇਸ਼ਾਂ ਦੇ ਤਹਿਤ, ਹੁਕਮਾਂ ਦੇ ਤਹਿਤ ਮਨੀ ਲਾਂਡਰਿੰਗ ਅਤੇ ਗਬਨ ਵਰਗੇ ਗੰਭੀਰ ਅਪਰਾਧ ਨੂੰ ਅੰਜਾਮ ਦਿੱਤਾ ਸੀ। ਅਦੀਬ ਤੇ $1,29,800 ਦਾ ਜੁਰਮਾਨਾ ਵੀ ਲਗਾਇਆ ਗਿਆ। ਅਸਲ ਦੇ ਵਿੱਚ ਇਸ ਉਪ ਰਾਸ਼ਟਰਪਤੀ ਨੇ ਸਾਲ 2013 ਤੋਂ ਸਾਲ 2018 ਦੇ ਵਿਚਕਾਰ ਸਾਬਕਾ ਰਾਸ਼ਟਰਪਤੀ ਜਾਮੀਨ ਅਬਦੁਲ ਗਯੂਮ ਦੇ ਸ਼ਾਸਨ ਦੇ ਦੌਰਾਨ 2015 ਵਿੱਚ ਕੁਝ ਸਮੇਂ ਦੇ ਵਾਸਤੇ ਉੱਥੋਂ ਦੇ ਉਪ ਰਾਸ਼ਟਰਪਤੀ ਦੀ ਕਮਾਂਡ ਸੰਭਾਲੀ ਸੀ ਤੇ ਉਹਨਾਂ ਨੂੰ ਸਾਲ 2016 ਦੇ ਵਿੱਚ ਕਈ ਦੋਸ਼ਾਂ ਦੇ ਕਾਰਨ 33 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ ਤੇ ਇਹਨਾਂ ਦੋਸ਼ਾਂ ਦੇ ਵਿੱਚ ਜਾਮੀਨ ਦੀ ਕਿਸ਼ਤੀ ਦੇ ਵਿੱਚ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਇੱਕ ਸ਼ਾਮਲ ਹੈ। ਇਸ ਵਿੱਚ ਸਾਬਕਾ ਰਾਸ਼ਟਰਪਤੀ ਦੀ ਪਤਨੀ ਜ਼ਖਮੀ ਹੋ ਗਈ ਸੀ ਅਤੇ ਸਾਲ 2018 ਦੀਆਂ ਚੋਣਾਂ ਦੇ ਵਿੱਚ ਯਾਮੀਨ ਦੀ ਹਾਰ ਦੇ ਬਾਅਦ ਅਦੀਬ ਨੂੰ ਸਾਰੇ ਦੋਸ਼ਾਂ ਤੋਂ ਬਰੀ ਵੀ ਭਾਵੇਂ ਕਰ ਦਿੱਤਾ ਗਿਆ ਸੀ। ਪਰ ਜਦੋਂ ਨਵੇਂ ਰਾਸ਼ਟਰਪਤੀ ਬਣੇ ਇਬਰਾਹੀਮ ਮੁਹੰਮਦ ਸਾਲੇ, ਉਹਦੇ ਸ਼ਾਸਨ ਦੇ ਵਿੱਚ ਅਦੀਬ ਦੇ ਖਿਲਾਫ ਕਈ ਮਾਮਲਿਆਂ ਦੀ ਮੁੜ ਤੋਂ ਗੌਰ ਕੀਤੀ ਗਈ, ਜਾਂਚ ਕੀਤੀ ਗਈ, ਪੜਤਾਲ ਕੀਤੀ ਗਈ। ਜਦੋਂ ਸਮੀਖਿਆ ਹੋਈ, ਅਦੀਬ ਨੇ ਆਪਣੀ ਰਿਹਾਈ ਦੇ ਬਾਅਦ ਸਾਬਕਾ ਰਾਸ਼ਟਰਪਤੀ ਦੇ ਖਿਲਾਫ ਗਵਾਹੀ ਦਿੰਦੇ ਹੋਏ ਕਿਹਾ ਕਿ ਉਹ ਯਾਮੀਨ ਦੇ ਨਾਲ ਭ੍ਰਿਸ਼ਟ ਗਤੀਵਿਧੀਆਂ ਦੇ ਵਿੱਚ ਸ਼ਾਮਲ ਖੁਦ ਵੀ ਰਿਹਾ। ਉਹਨਾਂ ਨੇ ਮਨੀ ਲਾਂਡਰਿੰਗ ਕੀਤੀ, ਗਬਨ ਕੀਤੇ। ਜਦੋਂ ਸਾਰੇ ਦੋਸ਼ਾਂ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਤਾਂ ਫਿਰ ਉਹਨਾਂ ਦੇ ਉੱਤੇ ਇਹ ਮਨੀ ਲਾਂਡਰਿੰਗ ਦਾ ਮੁਕੱਦਮਾ ਚਲਾਇਆ ਗਿਆ ਤੇ 5 ਸਾਲ ਦੀ ਸਜ਼ਾ ਉਹ ਪਹਿਲਾਂ ਭੁਗਤ ਵੀ ਚੁੱਕੇ ਹੈ ਤੇ 20 ਸਾਲ ਦੀ ਸਜ਼ਾ ਅਦਾਲਤ ਨੇ ਉਹਨਾਂ ਨੂੰ ਫਿਰ ਸੁਣਾ ਦਿੱਤੀ ਹੈ। ਸੋ ਹੁਣ ਆਪਣੇ ਆਪ ਦੇ ਵਿੱਚ ਇਹ ਨੈਤਿਕਤਾ ਦੇ ਡਿੱਗਦੇ ਮਿਆਰ ਦੀ ਕਹਾਣੀ ਹੈ ਕਿ ਕਿਸੇ ਮੁਲਕ ਦੇ ਵਿੱਚ ਇੰਨੇ ਉੱਚੇ ਅਹੁਦੇ ਤੇ ਬੰਦਾ ਰਿਹਾ ਹੋਵੇ। ਭੁੱਖ ਤਾਂ ਮੈਨੂੰ ਲੱਗਦਾ ਇਨਸਾਨ ਦੀ ਮਿਟਣੀ ਨਹੀਂ। ਮੈਨੂੰ ਜਸਵੰਤ ਸੰਦੀਲਾ ਦੀਆਂ ਲਾਈਨਾਂ ਚੇਤੇ ਆ ਰਹੀਆਂ ਨੇ। ਉਹ ਕਹਿੰਦੇ, ਭੁੱਖੀ ਨੀਤ ਸਾਰੀ ਉਮਰ ਨਹੀਂ ਰੱਜਦੀ, ਨਵੀਂ ਪੱਗ ਛੇਤੀ ਨਹੀਂ ਉਹ ਠੀਕ ਵੱਜਦੀ। ਮੈਨੂੰ ਲੱਗਦਾ ਇਹ ਭੁੱਖੀਆਂ ਨੀਤਾਂ ਨੇ ਜਿਹੜੀਆਂ ਏਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਵੀ ਫਿਰ ਵੀ ਭ੍ਰਿਸ਼ਟਾਚਾਰ ਤੋਂ ਦੂਰ ਨਹੀਂ ਰਹਿ ਸਕਦੇ। ਅਗਲੀ ਖਬਰ ਬੜੀ ਮੰਦਭਾਗੀ ਖਬਰ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਦੇ ਵਿੱਚੋਂ ਖਬਰ ਮਿਲ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਕੋਟ ਧਰਮੂ। ਕੋਟ ਧਰਮੂ ਦੇ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਬਜ਼ੁਰਗ ਔਰਤ ਨੋਚ ਕੇ ਖਾ ਲਈ ਹੈ। ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਦੇ ਕਿਸੇ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ, ਕਦੇ ਪੰਜਾਬ ਦੇ ਕਿਸੇ ਹੋਰ ਪਿੰਡ ਦੇ ਵਿੱਚ ਘਰ ਤੋਂ ਬਾਹਰ ਖੇਡਣ ਗਏ ਬੱਚਿਆਂ ਨੂੰ ਨੋਚ ਕੇ ਇਹ ਅਵਾਰਾ ਕੁੱਤੀ ਖਾ ਗਏ। ਕਦੇ ਪਿੰਡ ਦੇ ਬਜ਼ੁਰਗਾਂ ਨੂੰ ਇਹ ਅਵਾਰਾ ਕੁੱਤੇ ਨੋਚ ਕੇ ਖਾ ਗਏ। ਆਹ ਖਬਰ ਵੀ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਔਰਤ ਦੇ ਉੱਤੇ, ਇੱਕ ਬਜ਼ੁਰਗ ਮਾਂ ਦੇ ਉੱਤੇ ਕਹਿਰ ਵਰਤਾ ਦਿੱਤਾ ਇਹਨਾਂ ਕੁੱਤਿਆਂ ਨੇ। ਨੋਚ ਕੇ ਜਿਉਂਦੀ ਔਰਤ ਨੂੰ ਖਾ ਗਏ ਇਹ ਕੁੱਤੇ। ਜਾਣਕਾਰੀ ਦੇ ਅਨੁਸਾਰ ਪਿੰਡ ਕੋਟ ਧਰਮੂ ਦੀ ਦਲੀਪ ਕੌਰ, ਜਿਸ ਦੀ ਉਮਰ ਲਗਭਗ 80 ਵਰੇ ਦੱਸੀ ਜਾ ਰਹੀ ਹੈ ਤੇ ਘਰ ਦੇ ਵਿੱਚ ਇਕੱਲੀ ਸੀ ਅਤੇ ਉਹਦਾ ਪੁੱਤ, ਜਿਸ ਦਾ ਨਾਂ ਕਾਕਾ ਸਿੰਘ ਦੱਸਿਆ ਜਾ ਰਿਹਾ ਹੈ, ਉਸ ਵਕਤ ਮਜ਼ਦੂਰੀ ਕਰਨ ਦੇ ਵਾਸਤੇ ਘਰੋਂ ਗਿਆ ਹੋਇਆ ਸੀ ਤੇ ਇਸ ਔਰਤ ਦਾ ਘਰ ਹੱਡਾ ਰੋੜੀ ਤੋਂ ਤਕਰੀਬਨ 200-250 ਮੀਟਰ ਦੀ ਦੂਰੀ ਤੇ ਦੱਸਿਆ ਜਾ ਰਿਹਾ ਹੈ ਤੇ ਘਰ ਦੇ ਆਲੇ ਦੁਆਲੇ ਤਕਰੀਬਨ 50 ਦੇ ਕਰੀਬ ਹੋਰ ਪਰਿਵਾਰ ਵੀ ਰਹਿੰਦੇ ਨੇ। ਪਰ ਹੱਡਾ ਰੋੜੀ ਦੇ ਕੁੱਤਿਆਂ ਨੇ ਅਚਾਨਕ ਇਸ ਔਰਤ ਤੇ ਆ ਕੇ ਹਮਲਾ ਕੀਤਾ। ਹੁਣ ਬਜ਼ੁਰਗ ਔਰਤ, ਬਜ਼ੁਰਗ ਮਾਤਾ ਦਲੀਪ ਕੌਰ, ਉਸ ਨੂੰ ਇਹ ਹੱਡਾ ਰੋੜੀ ਦੇ ਅਵਾਰਾ ਕੁੱਤੇ ਨੋਚ ਕੇ ਜਿੰਦਾ ਨੂੰ ਖਾ ਗਏ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕੁੱਤੇ ਮਾਤਾ ਦੀ ਇੱਕ ਬਾਂਹ ਵੀ ਆਪਣੇ ਨਾਲ ਲੈ ਗਏ। ਮਾਤਾ ਦਲੀਪ ਕੌਰ ਦਾ ਸਿਰ ਅਤੇ ਸਰੀਰ ਪੂਰੀ ਤਰ੍ਹਾਂ ਕੁੱਤਿਆਂ ਨੇ ਨੋਚ ਕੇ ਖਾ ਲਿਆ। ਪਤਾ ਲੱਗਿਆ, ਰੌਲਾ ਪਾਇਆ, ਕੁੱਤਿਆਂ ਨੂੰ ਭਜਾਇਆ
पर उस समय तक ये भाਣਾ वापर चुका सी। माँ के शरीर का काफ़ी हिस्सा कुत्ते उस वक्त तक खा चुके सन। पिंड वाले कहते असीं ये पहली बारी नहीं, प्रशासन नूं पहिलां भी कई बारी लिख चुके हैं कि इस हड्डा रोड़ी नूं पिंड तो दूर किया जाए, दूर बनाया जाए। वो कहते इस समस्या वाल कदे किसी ने ध्यान दिता ही नहीं। आ हुण जेकर प्रशासनिक किसी अधिकारी के घर के किसी जी दे नाल इस तरह का भाणा वापर जाए, जां बीबी मेनका गांधी जिहड़ी कहंदी है कुत्तियां दा कोई नुकसान किया नहीं जा सकता, उसके परिवार के नाल ये भाणा वापर जाए कि सचमुच फिर किसी कानून में कोई तब्दीली होवेगी जां नहीं। मैं अगे भी कहना होना, देखो गऊआं ने जिन्नी देर दुध दिंदियां ने उन्नी देर साडे किले ते ने, साडे अपने भी कुछ नैतिक फर्ज ने। जे वो दुध देणों हट गईयां तां असीं उसनूं अवारा तौर पर छड्ड दिंदे हां, डांग मारदे हां ते अगले पिंड। इसे तरीके नाल बहुत सारे बलद ने, जिन्नी देर तक जोतदियां साडे काम ने उन्नी देर तक पट्ठे भी पाउने ते खुराक भी दिंदे हां। जदों नकारा हो गए तो असीं उहनूं अवारा छड्ड दिंदे हां। कुछ असीं अपणीआं जिम्मेवारियां तो भज रहे हां ते कुछ सरकारां अपणीआं जिम्मेवारियां तो भज रहीआं ने। जिथे गां दी, जिथे बलद की कीमत है, पर इंसानी जिंदगी की कोई कीमत नहीं। सो सरकारां नूं भी इस पासे ध्यान देण की जरूरत है अते सानूं भी अपने फर्ज समझण की जरूरत है कि ये नहीं कि बलद जोतणों गए जां गां धार देणों गई तो असीं छड्ड दईए। अगली खबर भारत के किसानां दे नाल जुड़ी है। किसान दे नाल संबंधित जिहड़े बिल पास कर दिते गए आ, कानून बन चुके हैं, उन्हां दे नाल संबंधित है। कल तुहाडे नाल खबर सांझी कीती सी कि भारती किसान यूनीयन लखोवाल ने वकीलों के राहीं सुप्रीम कोर्ट का दरवाजा खड़का दिता है ते इहदे उत्ते भारत की सुप्रीम कोर्ट दे विच दायर पटीशन के उत्ते श्रोमणी अकाली दल ने आख्या कि ये कानूनां नूं जिहड़ी चुनौती दिती है, ये जथेबंदियां की आम सहमति तो बाद, सारियां जथेबंदियां 31 जथेबंदियां ने, उन्हां दी सहमति तो बाद दायर होनी चाहिए सी। ये बयान श्रोमणी अकाली दल के आगू ने प्रोफैसर प्रेम सिंह चंदूमाजरा, उन्होंने कहा, कहते जिथे तक साडी पार्टी का श्रोमणी अकाली दल का सवाल है वो स्पष्ट करना चाहती है, क्योंकि इल्ज़ाम लग रहे हैं कि लखोवाल साहब दीयां जिहड़ियां नेड़तावां ने वो किसी तो गुझियां नहीं, वो श्रोमणी अकाली दल ने इन्हां दी सरकार वेले वो भाई चेयरमैनी का भी आनंद माणदे रहे हैं। वो कहते असीं स्पष्ट करना चाहुंदे अपनी पार्टी के वल्लों कि लखोवाल भारती किसान यूनीयन के वल्लों जिहड़ी रिट पटीशन दायर की गई है उहदा अकाली दल नाल कोई लेना देना नहीं। उन्होंने कहा कि लखोवाल ग्रुप ने जिहड़ी पटीशन दायर करन तो पहलां ना तो साडे नाल कोई सलाह मशवरा कीती ते ना असीं इस तरह की सलाह कोई उन्हां नूं दित्ती है। हुण प्रोफैसर चंदूमाजरा ने यह भी कहा कि पटीशन काहल विच पाई जां काहल विच दायर की लगती है। वो कहते इस मामले ते संवेदनशीलता नूं ध्यान विच रखिया जाना चाहिए सी। लखोवाल ग्रुप नूं पहिलां संविधानक माहिरां दे नाल राय करनी चाहिए सी। पंजाब ते हरियाणा ते होरनां मुल्कां दीयां होरनां सूबियां दी जिहड़ी जथेबंदियां दे नाल उन्हां नूं सलाह मशवरा करना चाहिए सी। वो कहते इस मशवरे दे विच सारे प्रतिनिधि जेकर सलाह दिंदे तां पटीशन दायर कर दिंदे, पर इकल्लियां दा ये पटीशन दायर करना उन्हां दा अपना निजी फैसला है। ते उधर भारती किसान यूनीयन लखोवाल वालों जदों सुप्रीम कोर्ट का रुख करने के जवाब के बाबत भारती किसान यूनीयन राजेवाल के जिहड़े प्रधान ने बलवीर सिंह राजेवाल उन्हां दे नाल गलबात की गई। वो कहते लखोवाल ने अदालत जाण बारे संघर्ष कर रही जथेबंदियों नूं भिणक तक नहीं पैण दित्ती। वो कहते सुप्रीम कोर्ट जाण दा फैसला संघर्ष कर रही सारिया जथेबंदियां ने बिल्कुल नहीं किया। वो कहते साडा मनना है कि इस वक्त सुप्रीम कोर्ट जिहड़े दबाव दे विच काम कर रही है वो इस वक्त किसी तो कोई गुझा नहीं, इस करके असीं हाले इहदे ते सलाह मशवरा कर रहे हैं कि करना की चाहिए सी। वो कहते असीं ये जोखम उठाउणा नहीं चाहुंदे, पर जे तुसीं जोखम उठाउणा नहीं चाहुंदे तो फिर करना की है? रोस रैलियां करनियां ने, धरने देने ने, की गल अदालत का दरवाजा खड़काउणा नहीं? ये आउण वाले दिनां विच देखा जाएगा कि बाकी हुण 30 पंजाब दीयां किसान जथेबंदियां, मजदूर जथेबंदियां जिहड़ियां इस वक्त धरने रोस मुजाहरे कर रही ने वो इस मामले ते किहड़ा रुख अख्तियार करते हैं। सो अगली खबर भी इस ही किसान विरोधी बिलों के नाल जुड़ी है। भाजपा के अहुदेदार केंद्र की भाजपा सरकार वालों बनाए गए कुछ नवे कानून जिन्हां दे कारण लोग इस वक्त धरने दे रहे हैं। जिला फतेहगढ़ साहब दे विच भारती जनता पार्टी के कुछ अहुदेदार उन्होंने एक वड्डा फैसला किया है। उन्होंने अपने अहुदियां तो अस्तीफे दे दिते ने
ਅਸਤੀਫੇ ਦੇਣ ਵਾਲੇ ਅਹੁਦੇਦਾਰਾਂ ਦੇ ਵਿੱਚ ਗੁਰਦੀਪ ਸਿੰਘ ਜੰਝੂਆ ਭਾਜਪਾ ਕਿਸਾਨ ਮੋਰਚਾ ਸਕੱਤਰ ਨੇ ਪੰਜਾਬ ਦੇ, ਦਰਸ਼ਨ ਸਿੰਘ ਬੱਬੀ ਉਹ ਚੇਅਰਮੈਨ ਸੀ PADB ਦੇ, ਮਨੋਜ ਗੁਪਤਾ ਮੰਡਲ ਪ੍ਰਧਾਨ ਸਰਹੰਦ ਦੇ, ਰਾਜਿੰਦਰ ਸਿੰਘ ਮੰਡੇਰਾ ਮੰਡਲ ਪ੍ਰਧਾਨ ਖਮਾਣੋਂ, ਜਗਵਿੰਦਰ ਸਿੰਘ ਮੰਡਲ ਪ੍ਰਧਾਨ ਸ਼ਮਸ਼ਪੁਰ, ਜਸਵੰਤ ਸਿੰਘ ਧਨੌਲਾ ਵਾਈਸ ਪ੍ਰਧਾਨ ਖਮਾਣੋਂ, ਜਸਵੰਤ ਸਿੰਘ ਮੋਹਣਾ ਵਾਈਸ ਪ੍ਰਧਾਨ ਕਿਸਾਨ ਮੋਰਚਾ ਫਤਿਹਗੜ੍ਹ ਸਾਹਿਬ ਅਤੇ ਇਹਨਾਂ ਦੇ ਨਾਲ ਹੀ ਤਰਸੇਮ ਸਿੰਘ ਜੰਝੂਆ ਇਹ ਸਕੱਤਰ ਸਨ ਕਿਸਾਨ ਮੋਰਚਾ ਫਤਿਹਗੜ੍ਹ ਸਾਹਿਬ ਦੇ, ਤੇ ਇਹਨਾਂ ਦੇ ਨਾਲ ਗੁਰਸੇਵਕ ਸਿੰਘ ਵਾਈਸ ਪ੍ਰਧਾਨ ਸੰਘ ਸ਼ਮਸ਼ਪੁਰ ਦੇ। ਇਹਨਾਂ ਸਾਰੇ ਅਹੁਦੇਦਾਰਾਂ ਨੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜਿਹੜੇ ਆ ਕਾਨੂੰਨ ਪਾਸ ਕਰਵਾ ਲਏ ਗਏ ਨੇ, ਬਿੱਲ ਪਾਸ ਕਰਵਾ ਲਏ ਗਏ ਨੇ, ਉਹਨਾਂ ਤੇ ਆਪਣਾ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਪਹਿਲਾਂ ਅਸੀਂ ਕਿਸਾਨ ਹੈ, ਇਸ ਕਰਕੇ ਪਹਿਲਾਂ ਅਸੀਂ ਕਿਸਾਨੀ ਦੇ ਹੱਕ ਵਿੱਚ ਖੜੇ ਹਾਂ, ਕਿਸਾਨਾਂ ਵਾਸਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨ ਵਾਸਤੇ ਤਿਆਰ ਹਾਂ। ਉਹ ਕਹਿੰਦੇ ਉਹ ਇਹਨਾਂ ਬਿੱਲਾਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਗਏ, ਹਰੇਕ ਪੰਚਾਇਤ ਅਤੇ ਕਿਸਾਨ ਦੇ ਨਾਲ ਜਦੋਂ ਅਸੀਂ ਇਸ ਮਸਲੇ ਤੇ ਗੱਲਬਾਤ ਕੀਤੀ ਤੇ ਹਰ ਇੱਕ ਵਿਅਕਤੀ ਇਸ ਦਾ ਵਿਰੋਧ ਕਰ ਰਿਹਾ ਹੈ, ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਅਹੁਦੇਦਾਰੀਆਂ ਤੋਂ ਅਸਤੀਫੇ ਦੇ ਦਿੱਤੇ ਨੇ। ਉਹ ਕਹਿੰਦੇ ਜੇਕਰ ਫਿਰ ਵੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰੇਗੀ ਤਾਂ ਹਲੇ ਅਸੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਨਹੀਂ ਦਿੱਤੇ। ਜੇਕਰ ਉਹਨਾਂ ਨੇ ਫਿਰ ਵੀ ਸੁਣਵਾਈ ਨਾ ਕੀਤੀ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਵੀ ਦੇ ਦਿਆਂਗੇ। ਹੁਣ ਵੇਖਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਵੀ ਇੱਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਸੁਰਜੀਤ ਸਿੰਘ ਜਿਆਣੀ ਜਿਹੜੇ ਸਾਬਕਾ ਮੰਤਰੀ ਪੰਜਾਬ ਨੇ, ਸਾਬਕਾ ਮੰਤਰੀ ਪੰਜਾਬ ਨੇ ਇਹ ਵੀ ਆਖਿਆ ਕਿ ਹੁਣ ਅਸੀਂ ਭਾਰਤ ਦੀ ਜਿਹੜੀ ਇੱਕ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਬਣੀ ਹੋਈ ਆ ਉਹਦੇ ਸੰਪਰਕ ਵਿੱਚ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀ ਕਿਸਾਨਾਂ ਦੀ ਰਾਏ ਲੈ ਕੇ ਅਸੀਂ ਭਾਰਤ ਸਰਕਾਰ ਤੱਕ ਪੁੱਜਦੀ ਕਰੀਏ। ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਲੀਡਰਾਂ ਦੇ ਨਾਲ ਗੱਲਬਾਤ ਨਹੀਂ ਕਰਨੀ, ਅਸੀਂ ਕੋਈ ਆਲਾ ਦਰਜੇ ਦੇ ਅਧਿਕਾਰੀ ਅਫਸਰ ਕਰਮਚਾਰੀ ਆਉਣਗੇ ਉਹਨਾਂ ਨੂੰ ਆਪਣੀ ਦੱਸਾਂਗੇ ਕਿ ਅਸੀਂ ਕੀ ਚਾਹੁੰਦੇ ਹਾਂ ਤੇ ਫਿਰ ਸਰਕਾਰ ਤੱਕ ਉਹ ਗੱਲ ਪੁੱਜਦੀ ਕਰਨਗੇ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਕੀ ਰੁਖ ਅਖਤਿਆਰ ਕਰਦੀਆਂ ਨੇ। ਆਹ ਖਬਰ ਬੜੀ ਅਹਿਮ ਹੈ, ਬੜੀ ਲਾਜ਼ਮੀ ਹੈ। ਤੁਹਾਨੂੰ ਪਤਾ ਹੈ ਕਿ ਲਗਭਗ 24 ਸਤੰਬਰ ਤੋਂ ਪੰਜਾਬ ਸਮੇਤ ਤੇ ਲਗਭਗ 20 ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਇਸ ਵਕਤ ਰੋਸ ਰੈਲੀਆਂ, ਧਰਨੇ, ਮੁਜ਼ਾਹਰੇ ਕਰ ਰਹੀਆਂ ਨੇ। ਕਿਸੇ ਨੇ ਸੜਕਾਂ ਰੋਕੀਆਂ ਹੋਈਆਂ ਨੇ, ਕਿਸੇ ਨੇ ਅੰਬਾਨੀ ਅਡਾਨੀਆਂ ਦੇ ਪੈਟਰੋਲ ਪੰਪ, ਗੈਸ ਸਟੇਸ਼ਨ ਰੋਕੇ ਹੋਏ ਨੇ, ਰਿਲਾਇੰਸ ਵਾਲਿਆਂ ਦੇ ਗੈਸ ਸਟੇਸ਼ਨ ਰੋਕੇ ਹੋਏ ਨੇ। ਕੋਈ ਇਸ ਵਕਤ ਰੇਲ ਮਾਰਗਾਂ ਤੇ ਬੈਠਾ ਹੈ, ਕਿਸੇ ਨੇ ਰੇਲਵੇ ਟਰੈਕ ਰੋਕ ਲਏ ਨੇ, ਕਿਸੇ ਨੇ ਰੇਲਵੇ ਸਟੇਸ਼ਨਾਂ ਦੇ ਉੱਤੇ ਜਾ ਕੇ ਟੈਂਟ ਗੱਡ ਲਏ ਨੇ। ਹਰ ਇੱਕ ਵਿਅਕਤੀ ਆਪੋ ਆਪਣੇ ਤਰੀਕੇ ਨਾਲ ਇਸ ਵਕਤ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਕਲਾਕਾਰ, ਫਨਕਾਰ, ਆੜਤੀਏ, ਦੋਧੀ ਗੱਲ ਕੀ ਲੋਕ ਲਹਿਰ ਦਾ ਰੂਪ ਇਹ ਧਾਰਨ ਕਰ ਚੁੱਕਿਆ ਹੈ। ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਸੀ ਕਿ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਸਿਰਫ ਇੱਕ ਜਥੇਬੰਦੀ ਹੈ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜਿਨ੍ਹਾਂ ਨੇ ਵੱਖਰਾ ਰਸਤਾ ਅਖਤਿਆਰ ਕੀਤਾ ਹੈ। ਪਰ ਭਾਰਤ ਸਰਕਾਰ ਨੇ ਭਾਂਪ ਲਿਆ ਕਿ ਸ਼ਾਇਦ ਹੁਣ ਕਿਸਾਨ ਟਸ ਤੋਂ ਮਸ ਨਹੀਂ ਹੋਣਗੇ। ਭਾਰਤ ਸਰਕਾਰ ਨੇ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਦੇ ਵਾਸਤੇ ਸੱਦਾ ਦੇ ਦਿੱਤਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨਾਂ ਨੂੰ ਇਹਨਾਂ ਖੇਤੀ ਬਿੱਲਾਂ ਦੇ ਵਾਸਤੇ ਕਹਿ ਦਈਏ, ਜਾਂ ਬਹੁਤ ਸਾਰੇ ਲੋਕ ਇਸ ਨੂੰ ਹਾਲੇ ਵੀ ਆਰਡੀਨੈਂਸ ਕਹਿੰਦੇ ਨੇ, ਪਰ ਇਹ ਕਾਨੂੰਨ ਬਣ ਚੁੱਕੇ ਨੇ। ਇਸ ਦੇ ਮੁਤਲਕ ਗੱਲਬਾਤ ਵਾਸਤੇ ਟੇਬਲ ਤੇ ਬੈਠਣ ਵਾਸਤੇ ਸੱਦਾ ਦੇ ਦਿੱਤਾ ਤੇ ਇਹ ਸੱਦਾ ਦਿੱਤਾ ਗਿਆ 8 ਤਰੀਕ ਦਿਨ ਵੀਰਵਾਰ ਨੂੰ ਖੇਤੀਬਾੜੀ ਭਵਨ ਦੇ ਵਿੱਚ ਬਾਅਦ ਦੁਪਹਿਰ 2:50 ਤੇ ਬੈਠੋ, ਆਓ ਸਾਡੇ ਨਾਲ ਗੱਲਬਾਤ ਕਰੋ। ਮੈਂ ਬੀਤੇ ਦਿਨਾਂ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਗੱਲਬਾਤ ਤਾਂ ਹੋਣੀ ਹੈ, ਕਿਉਂਕਿ ਅੱਜ ਤੱਕ ਹਰ ਮਸਲੇ ਦਾ ਹੱਲ ਗੱਲ ਰਹੀ ਹੈ। ਪਰ ਇਸ ਗੱਲ ਤੋਂ ਪਹਿਲਾਂ ਮੈਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਕਹਿੰਦਾ ਆ ਰਿਹਾ ਕਿ ਭਾਰਤੀ ਕਿਸਾਨ ਯੂਨੀਅਨ ਭਾਵੇਂ ਜਿੰਨੀਆਂ ਮਰਜ਼ੀ ਜਥੇਬੰਦੀਆਂ ਦੇ ਵਿੱਚ ਵੰਡੀ ਹੋਈ ਹੈ, ਸਮੁੱਚੀਆਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਇੱਕ ਖਰੜਾ ਤਾਂ ਤਿਆਰ ਕਰਨ। ਉਹ ਖਰੜਾ ਭਾਰਤ ਸਰਕਾਰ ਨੂੰ ਜਦੋਂ ਗੱਲਬਾਤ ਦੀ ਟੇਬਲ ਤੇ ਬੈਠਣ ਤੇ ਉਸ ਵਕਤ ਪੇਸ਼ ਕੀਤਾ ਜਾਵੇ ਕਿ ਤੁਸੀਂ ਆਹ 3 ਆਰਡੀਨੈਂਸ ਲਿਆਂਦੇ, ਫਿਰ 3 ਹੀ ਬਿੱਲ ਪਾਸ ਕਰਵਾ ਰਹੇ ਤੇ ਹੁਣ 3 ਹੀ ਕਾਨੂੰਨ ਲਾਗੂ ਕਰ ਦਿੱਤੇ ਗਏ ਹੈ, ਸਾਨੂੰ ਇਹਦੇ ਵਿੱਚੋਂ ਆਹ ਚੀਜ਼ਾਂ ਨਹੀਂ ਚਾਹੀਦੀਆਂ, ਜਾਂ ਉਹ ਸਾਰਾ ਹੀ ਕਾਟਾ ਮਾਰਨਾ ਚਾਹੁੰਦੇ ਆ। ਹੁਣ ਦੇਖਦੇ ਹਾਂ ਕਿ 8 ਤਰੀਕ ਨੂੰ ਇਸ ਸੱਦੇ ਨੂੰ ਪ੍ਰਵਾਨ ਕਰਕੇ ਕਿਸਾਨ ਜਥੇਬੰਦੀਆਂ ਮਿਲਣ ਵਾਸਤੇ ਪਹੁੰਚਦੀਆਂ ਨੇ ਜਾਂ ਨਹੀਂ। 8 ਤਰੀਕ ਤੋਂ ਬਾਅਦ ਪਤਾ ਲੱਗੇਗਾ ਕਿ ਗੱਲਬਾਤ ਕਿੱਧਰ ਨੂੰ ਤੁਰੀ ਹੈ, ਕਿਹੜਾ ਰਸਤਾ ਅਖਤਿਆਰ ਕਰਦੀ ਹੈ
पर अपने आप दे विच एक गल मननी पएगी कि भारत सरकार ने समय की नज़ाकत बहुत चंगे तरीके नाल समझी। उसनूं पता सी कि कोविड-19 कारण शायद हो सकता कि किसान जथेबंदियां वड्डे रोस प्रदर्शन कर ना सकण। दूसरी गल उन्होंने ये भी पता सी कि झोने की वाढ़ी, झोने की कटाई का इस वक्त समय, झोने तो बाद अगली फसल कणक बीजण का समय कि किसान इस वक्त बहुत बिजी होणगे, रुझे होणगे। पर इस दे बावजूद भी किसानां नूं ये भी पता है कि जेकर असीं लगातार रेलां रोक के रखियां, कणक की बिजाई वास्ते सानूं खादां भी चाहीदियां ने, झोना चुकण वास्ते वारदाना भी चाहिदा। फिर मंडियां दे विच्चों जेकर झोना चुक्या जाना फिर भी उन्हां नूं ट्रांसपोर्टेशन चाहिदी है। तां भी ये सारियां गल्लां नूं ध्यान विच रखदे होए भी उन्हां नूं लग्गिया कि साडे हक्कां ते डाका पै रिहा है। वो लगातार इस वक्त रोस धरने प्रदर्शन कर रहे सन। कल साडी पंजाब बोलदा रिपोर्ट विच किसान जथेबंदियां ने इत्थों तक आख दिता सी कि असीं अणमिथे समय वास्ते भी इत्थे बैठण वास्ते तैयार हैं। उन्हां विचों तुसीं वेखिआ होना कि बहुत सारियां जथेबंदियां तां अपना डंगर वच्छा भी रेलवे ट्रैक्स ते लै आईयां ने ते उन्हां ने गाडरां नाल डंगर वच्छा बन्नना शुरू कर दिता है। वो कहंदे इत्थे ही पट्ठे लिआवांगे, इत्थे ही धार चोवांगे, इत्थे ही लंगर बनावांगे। कई जथेबंदियां ने आख दिता सी कि असीं सारे किसान भरावां नूं अपील करदे हां कि किसी भी जरूरी काम दे वास्ते जेकर तुहानूं जाना पैंदा है तां तुसीं रेलवे स्टेशन ते जिथे धरना मारिया होया इत्थे ही आओ, इत्थों ही काम ते जाओ ते इत्थे ही वापस आओ। सो उम्मीद कर रहे हैं कि ये 8 तरीक नूं होण वाली मीटिंग दे विचों कुछ चंगा निकल के सामने आवे तां कि आ रोस प्रदर्शन छड्ड इस अन्नदाता नूं एक बार फिर तो राहत महसूस होवे। एक अहम मामला बीते दिनी तुहाडे नाल साझा कीता सी कि हाथरस दे विच एक 19 वरियां दी मटियार दे नाल दरिंदगी होई सी। ਉਹਦੇ मामले दे विच इलाहाबाद हाई कोर्ट ने ਅਤੇ सुप्रीम कोर्ट ने भी योगी सरकार तो जवाब तलबी की सी। हुण खबर मिल रही है कि यूपी सरकार ने सुप्रीम कोर्ट नूं इस मामले दे विच CBI तो जांच करवाउण वास्ते आखिआ है, अपील की है कि इस मामले की जांच CBI तो करवाई जाए। यूपी की योगी सरकार ने अदालत नूं कहा कि वह निरपक्ष जांच विच स्वार्थी हितां द्वारा पैदा कीतियां जा रहीआं रुकावटां तो बचना चाहुंदे है। इस वास्ते CBI की जांच करवाउण लई असीं अदालत नूं बेनती करते हैं। सरकार ने अदालत विच एक हलफनामा दिता है कि हाथरस दे विच बलात्कार की पुष्टि तो हुई ही नहीं। हुण सरकार ने कहा कि जे मैडिकल हस्पताल अलीगढ़ की मुढ़ली रिपोर्ट जिथे उस मुटियार नूं पीड़िता नूं सब तो पहलां इलाज वास्ते लिजाया गया सी, उस जे मैडिकल हस्पताल अलीगढ़ की जिहड़ी मुढ़ली रिपोर्ट आ उहदे विच जबर जनाह दा किते कोई जिक्र नहीं। हुण FSL आगरा भी जबर जनाह की गल तो इनकार कर रहा है। तो दूसरे पासे एक होर गल सामने आ गई है जिहड़ी सिट ने जांच की है कि इस अबला, इस जबर जनाह तो पीड़िता लड़की जिहड़ी इस वक्त जहान विच नहीं, उहदा भरा अते जिस व्यक्ति के उत्ते दोष लग रहे हैं उहदा लगभग कई महीनों तो काफ़ी लंबे समय तो आपस दे विच फोन ते गल्लां बातां करदे सी। सारी कॉल डिटेल भी सामने आ गई है कि सब तो वध किहने फोन कीते ते किहनूं कीते। आउण वाले दिनां दे विच इस केस दीयां की परतां खुलदियां ने तुहाडे नाल जानकारियां साझीਆਂ करांगे। दोस्तों ये सी अज दीयां कुछ अहम खबरां जिहड़ियां अज दे प्रोग्राम दौरान शामिल कीतियां ने। जेकर तुहानूं साडी अज दी ये वीडियो ये जानकारियां पुख्ता लगियां ने फिर लाइक अते शेयर करन दी ढिल ना वरतिओ। सो इहदे नाल ही जेकर हाले तक तुसीं साडा चैनल सबसक्राइब नहीं कीता तां भी बेनती है कि सबसक्राइब करके नोटिफिकेशन वाली घंटी जरूर ऑन कर लिओ। अज प्रोग्राम की समाप्ति करन जा रहे हैं, पर जाण तो पहलां कहांगा जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल, रब रखा।